ਸਾਡੀ ਇੱਕ ਵਿਚਾਰਧਾਰਾ ਉਹ ਕੀ ਆ, ਉਹ ਹੈਗੀ ਹੈ ਜਿਹੜਾ ਆਖਰੀ ਸ਼ੌਰ ਤੇ ਇੱਕ ਆਤਮ ਮਾਨਵ ਦਰਸ਼ਨ ਹੈ ਜਿਹੜਾ ਸਾਨੂੰ ਯੁੱਗ ਪੁਰਸ਼ ਦੀਨ ਦਿਆਲ ਉਪਾਧਿਆਏ ਜੀ ਨੇ ਦਿੱਤਾ। ਇਹ ਭਗਵੰਤ ਮਾਨ ਗਲਤਫਹਿਮੀ ਕੱਢ ਦੇ ਔਰ ਅਗਲੀ ਵਾਰ ਭਗਵੰਤ ਮਾਨ ਦੇ ਸਾਹਮਣੇ ਮੈਂ ਚੁਣਾਵ ਲੜੂੰਗਾ ਸੰਗਰੂਰ ਤੋਂ। ਜੇ ਮੇਰੇ ਕਿਸੇ ਲੀਡਰ ਦਾ ਸਬੂਤ ਹੋਵੇ ਤਾਂ ਉਹ ਲੈ ਕੇ ਸਾਹਮਣੇ ਆਵੇ ਔਰ ਪ੍ਰੂਫ ਦੇਵੇ ਤੇ ਅਸੀਂ ਮੈਂ ਘੱਟ ਤੋਂ ਘੱਟ ਰਾਜਨੀਤੀ ਤੋਂ ਸੰਨਿਆਸ ਲੈ ਲੂੰਗਾ। ਭਗਵੰਤ ਮਾਨ ਜਿਹੜਾ ਹੈਗਾ ਉਹ 11 MLA ਤਾਂ ਉਹਦੇ ਭੱਜ ਗਏ, ਇਕੱਲਾ ਉਹ MP ਹੈ। ਹੁਣ ਅਸੀਂ ਬਿਲਕੁਲ ਹੀ ਪਾਰਟੀ ਥੋੜਾ ਖਤਮ ਕਰਨੀ ਹੈ, 2-3 MLA ਤਾਂ ਉਹਦੇ ਰਹਿਣ ਦਿਓ। ਸਤਿ ਸ਼੍ਰੀ ਅਕਾਲ ਜੀ, ਦੈਨਿਕ ਸਵੇਰਾ ਟੀਵੀ ਦੇਖ ਰਹੇ ਹੋ ਤੁਸੀਂ। ਮੈਂ ਹਾਂ ਵਿਨਿਤ ਕਪੂਰ ਔਰ ਗੱਲ ਕਰ ਲੈਣਾ ਪੰਜਾਬ ਦੀ ਭਖੀ ਹੋਈ ਸਿਆਸਤ ਦੀ, ਕਿਉਂਕਿ ਇਸ ਸਿਆਸਤ ਦੇ ਵਿੱਚ ਅੱਜ ਭਗਵੰਤ ਮਾਨ ਹੋਰਾਂ ਨੇ ਇੱਕ ਨਵਾਂ ਮੁੱਦਾ ਛੇੜ ਦਿੱਤਾ। ਮੁੱਦਾ ਹੈ ਖਰੀਦ ਫਰੋਖਤ ਦੀ ਸਿਆਸਤ ਦਾ। ਭਗਵੰਤ ਮਾਨ ਐਲੀਗੇਸ਼ਨ ਲਾ ਰਹੇ ਨੇ ਬੀਜੇਪੀ ਦੇ ਉੱਪਰ ਕਿ ਬੀਜੇਪੀ ਨੇ ਸੂਬੇ ਦੇ ਵਿੱਚ ਖਰੀਦ ਫਰੋਖਤ ਦੀ ਸਿਆਸਤ ਜਿਹੜੀ ਹੈ ਉਹ ਸ਼ੁਰੂ ਕਰ ਦਿੱਤੀ ਹੈ। ਭਗਵੰਤ ਮਾਨ ਕਹਿਣਾ ਹੈ ਕਿ ਉਹਨਾਂ ਨੂੰ ਇੱਕ ਫੋਨ ਆਇਆ ਜਿਸ ਦੇ ਵਿੱਚ ਉਹਨਾਂ ਨੂੰ ਆਫਰ ਦਿੱਤਾ ਗਿਆ ਕਿ ਤੁਸੀਂ ਬੀਜੇਪੀ ਜੁਆਇਨ ਕਰ ਲਓ, ਤੁਹਾਨੂੰ ਜੇਕਰ ਕੈਬਨਿਟ ਵਜ਼ੀਰੀ ਚਾਹੀਦੀ ਹੈ ਉਹ ਦੇ ਦੇਵਾਂਗੇ, ਜੇਕਰ ਤੁਹਾਨੂੰ ਕੋਈ ਮੋਟੀ ਰਕਮ ਚਾਹੀਦੀ ਹੈ ਉਹ ਵੀ ਤੁਹਾਨੂੰ ਦੇ ਦੇਵਾਂਗੇ। ਇਸ ਤਰ੍ਹਾਂ ਦੇ ਆਰੋਪ ਜਿਹੜੇ ਨੇ ਬੀਜੇਪੀ ਦੇ ਉੱਪਰ ਭਗਵੰਤ ਮਾਨ ਅੱਜ ਲਾਉਂਦੇ ਹੋਏ ਨਜ਼ਰ ਆਏ ਨੇ, ਜਿਸ ਤੋਂ ਬਾਅਦ ਸਿਆਸਤ ਜਿਹੜੀ ਹੈ ਉਹ ਭਖੀ ਹੋਈ ਨਜ਼ਰ ਆ ਰਹੀ ਹੈ। ਔਰ ਇਸੀ ਮਸਲੇ ਤੇ ਬੀਜੇਪੀ ਦੇ ਸੀਨੀਅਰ ਆਗੂ ਹਰਜੀਤ ਗਰੇਵਾਲ ਸਾਡੇ ਨਾਲ ਨੇ, ਗੱਲਬਾਤ ਕਰਾਂਗੇ। ਗਰੇਵਾਲ ਸਾਹਿਬ, ਸੰਗੀਨ ਮਸਲਾ, ਗੰਭੀਰ ਆਰੋਪ, ਸਿੱਧੇ ਤੌਰ ਤੇ ਭਗਵੰਤ ਮਾਨ ਕਹਿ ਰਹੇ ਨੇ ਕਿ ਬੀਜੇਪੀ ਨੇ ਖਰੀਦ ਫਰੋਖਤ ਦੀ ਸਿਆਸਤ ਜਿਹੜੀ ਹੈ ਸ਼ੁਰੂ ਕਰ ਦਿੱਤੀ ਹੈ। ਉਹ ਕਹਿ ਰਹੇ ਨੇ ਬੀਜੇਪੀ ਦਾ ਆਧਾਰ ਨਹੀਂ ਹੈ, ਪਿੰਡਾਂ ਦੇ ਵਿੱਚ ਬੀਜੇਪੀ ਦੇ ਆਗੂਆਂ ਨੂੰ ਲੋਕ ਵੜਨ ਨਹੀਂ ਦੇ ਰਹੇ, ਇਸ ਕਰਕੇ ਉਹ ਇਸ ਤਰ੍ਹਾਂ ਦੇ ਸਿਆਸੀ ਦਾਅਪੇਚ ਖੇਡ ਰਹੇ ਨੇ ਤਾਂ ਕਿ ਉਹਨਾਂ ਦੀ ਸਿਆਸਤ ਜਿਹੜੀ ਹੈ ਉਹ ਬਚੀ ਰਹੇ। ਪਹਿਲੀ ਗੱਲ ਤਾਂ ਇਹ ਹੈ ਕਿ ਭਗਵੰਤ ਮਾਨ ਜੀ ਨੂੰ ਸਾਡੀ ਪਾਰਟੀ ਦੇ ਬਾਰੇ ਜਾਣਕਾਰੀ ਨਹੀਂ ਹੈ। ਉਹ ਇੱਕ ਐਸੀ ਪਾਰਟੀ 'ਚ ਨੇ ਜਿਹਦਾ ਕੋਈ ਸਿਰ ਪੈਰ ਨਹੀਂ ਹੈ ਔਰ ਉਹ ਇੱਕ ਸ਼ਹਿਰ ਦੀ ਪਾਰਟੀ ਹੈ। ਉਹ ਤਾਂ ਬਾਈ ਚਾਂਸ ਉੱਥੇ ਚੀਫ ਮਿਨਿਸਟਰ ਕਹਿੰਦੇ, ਵੈਸੇ ਤਾਂ ਉਹ ਮੇਅਰ ਹੀ ਹੁੰਦਾ ਦਿੱਲੀ ਦਾ। ਇੱਕ ਸ਼ਹਿਰ ਦੀ ਪਾਰਟੀ, ਅਸੀਂ ਦੁਨੀਆ ਦਾ ਸਭ ਤੋਂ ਬੜਾ ਰਾਜਨੀਤਿਕ ਦਲ ਹੈ ਮੈਂਬਰਸ਼ਿਪ ਦੇ ਹਿਸਾਬ ਨਾਲ, ਪਰ ਸਾਡਾ ਇੱਕ ਕੈਡਰ ਬੇਸਡ ਪਾਰਟੀ ਹੈ, ਕਮ ਮਾਸ ਬੇਸ ਆਰਗੇਨਾਈਜੇਸ਼ਨ ਹੈ, ਔਰ ਦੂਸਰਾ ਵਿਚਾਰਧਾਰਕ ਸੰਗਠਨ ਹੈ। ਸਾਡੀ ਇੱਕ ਵਿਚਾਰਧਾਰਾ ਉਹ ਕੀ ਆ, ਉਹ ਹੈਗੀ ਹੈ ਜਿਹੜਾ ਆਖਰੀ ਸ਼ੌਰ ਤੇ ਇੱਕ ਆਤਮ ਮਾਨਵ ਦਰਸ਼ਨ ਹੈ ਜਿਹੜਾ ਸਾਨੂੰ ਯੁੱਗ ਪੁਰਸ਼ ਦੀਨ ਦਿਆਲ ਉਪਾਧਿਆਏ ਜੀ ਨੇ ਦਿੱਤਾ। ਜੋ ਆਖਰੀ ਵਿਅਕਤੀ ਹੈ ਜਿਹਦੇ ਸਿਰ ਤੇ ਛੱਤ ਨਹੀਂ, ਜਿਹਦੇ ਤਨ ਨੂੰ ਕੱਪੜਾ ਨਹੀਂ, ਜਿਹਦੇ ਪੇਟ ਨੂੰ ਰੋਟੀ ਨਹੀਂ, ਜਦੋਂ ਤੱਕ ਉਹਦਾ ਭਲਾ ਨਹੀਂ ਹੋਏਗਾ ਉਦੋਂ ਤੱਕ ਦੇਸ਼ ਸਮਾਜ ਦਾ ਭਲਾ ਨਹੀਂ ਹੋ ਸਕਦਾ। ਔਰ ਉਸ ਵਿਚਾਰਧਾਰਾ ਨੂੰ ਮੰਨ ਕੇ ਕਿਸੇ ਨੇ ਆਉਣਾ ਹੋਵੇ ਤਾਂ ਆਵੇ, ਨਹੀਂ ਤਾਂ ਅਸੀਂ ਕਿਸੇ ਨੂੰ ਜ਼ੋਰ ਜ਼ਬਰਦਸਤੀ ਕਦੇ ਨਹੀਂ ਕਰਦੇ। ਸਾਡੇ ਕਰੋੜਾਂ ਵਰਕਰ ਇਸ ਲਈ ਸਿਰ ਜੋੜ ਕੇ ਬੈਠਦੇ ਆ ਇਸ ਵਿਚਾਰਧਾਰਾ ਦੇ ਪੂਰਕ ਹੋਣ ਦੇ ਲਈ, ਤੇ ਨਾ ਕਿ ਉਹ ਕੋਈ ਮੰਤਰੀ ਬਣਨਾ ਜਾਂ ਮੁੱਖ ਮੰਤਰੀ ਬਣਨਾ ਜਾਂ ਪ੍ਰਧਾਨ ਮੰਤਰੀ ਬਣਨਾ ਉਸ ਦੇ ਲਈ ਨਹੀਂ। ਉਹ ਤਾਂ ਅਸੀਂ ਜਿਹਦੇ ਸਿਰ ਤੇ ਹੱਥ ਰੱਖ ਦਿਆਂਗੇ ਭਗਵੰਤ ਮਾਨ ਜੈਸਾ MP ਬਣ ਜਾਊਗਾ। ਸਾਡਾ ਸੰਗਠਨ ਇੰਨਾ ਮਜ਼ਬੂਤ ਆ ਔਰ ਪੰਜਾਬ 'ਚ ਸਾਡੀ ਨੇਰੀ ਆ ਰਹੀ ਹੈ, ਸਾਡੇ 'ਚ ਬਹੁਤ ਲੋਕ ਸ਼ਾਮਲ ਹੋ ਰਹੇ ਆ। ਭਗਵੰਤ ਮਾਨ ਗਲਤਫਹਿਮੀ ਕੱਢ ਦੇ ਔਰ ਅਗਲੀ ਵਾਰ ਭਗਵੰਤ ਮਾਨ ਦੇ ਸਾਹਮਣੇ ਮੈਂ ਚੁਣਾਵ ਲੜੂੰਗਾ ਸੰਗਰੂਰ ਤੋਂ, ਔਰ ਦੇਖਾਂਗੇ ਕਿ ਭਗਵੰਤ ਮਾਨ ਕਿੰਨਾ ਕੁ ਜਿੱਤਦਾ, ਇਹਨੂੰ ਪਤਾ ਲੱਗ ਜਾਊਗਾ। ਤੇ ਇਹ ਗੱਲਾਂ ਕਰਦਾ ਔਰ ਮੈਂ ਅੱਜ ਇੱਕ ਦਾਅਵਾ ਕਰਦਾ ਕਿ ਜੇ ਮੇਰੇ ਕਿਸੇ ਲੀਡਰ ਦਾ ਕੋਈ ਸਬੂਤ ਹੋਵੇ, ਜਿਹੜੇ ਸਥਾਪਿਤ ਨੇਤਾ ਨੇ ਉਹਨਾਂ ਦੀ ਗੱਲ ਕਰਦਾ, ਐਵੇਂ ਕੋਈ ਜਾਲੀ ਬਣਾ ਲਿਆਉਣ ਤਾਂ ਅਲੱਗ ਗੱਲ ਹੈ। ਜੇ ਮੇਰੇ ਕਿਸੇ ਲੀਡਰ ਦਾ ਸਬੂਤ ਹੋਵੇ ਤਾਂ ਉਹ ਲੈ ਕੇ ਸਾਹਮਣੇ ਆਵੇ ਔਰ ਪ੍ਰੂਫ ਦੇਵੇ ਤੇ ਅਸੀਂ ਮੈਂ ਘੱਟ ਤੋਂ ਘੱਟ ਰਾਜਨੀਤੀ ਤੋਂ ਸੰਨਿਆਸ ਲੈ ਲੂੰਗਾ ਜੇ ਕੋਈ ਪੱਕਾ ਪ੍ਰੂਫ ਹੋਵੇ ਮੇਰੇ ਕਿਸੇ ਸਥਾਪਿਤ ਨੇਤਾ ਦਾ। ਸਮਝ ਗੱਲ, ਸਥਾਪਿਤ ਨੇਤਾ ਜਿਸ ਤਰ੍ਹਾਂ ਨਰਿੰਦਰ ਮੋਦੀ ਜੀ ਨੇ, ਅਮਿਤ ਸ਼ਾਹ ਜੀ ਨੇ, ਰਾਜਨਾਥ ਜੀ ਨੇ ਜਾਂ ਗਡਕਰੀ ਜੀ ਨੇ, ਬਾਕੀ ਸਾਰੇ ਨੱਡਾ ਜੀ ਨੇ, ਕੋਈ ਵੀ ਲੀਡਰ ਹੋਵੇ ਬੜੇ ਲੈਵਲ ਤੇ, ਕੋਈ ਕਦੇ ਨਹੀਂ ਕਹੇਗਾ। ਔਰ ਭਗਵੰਤ ਮਾਨ ਜਿਹੜਾ ਹੈਗਾ ਉਹ 11 MLA ਤਾਂ ਉਹਦੇ ਭੱਜ ਗਏ, ਇਕੱਲਾ ਉਹ MP ਹੈ। ਹੁਣ ਅਸੀਂ ਬਿਲਕੁਲ ਹੀ ਪਾਰਟੀ ਥੋੜਾ ਖਤਮ ਕਰਨੀ ਹੈ, 2-3 MLA ਤਾਂ ਉਹਦੇ ਰਹਿਣ ਦਿਓ, ਉਹਦੇ MLA ਨੂੰ ਕਿਉਂ ਫੋਨ ਕਰਾਂਗੇ? ਇਦਾਂ ਦਾ ਕੰਮ ਅਸੀਂ ਨਹੀਂ ਕਰਦੇ। ਲੇਕਿਨ ਉਹਨਾਂ ਨੇ ਅੱਜ ਸਾਰਵਜਨਿਕ ਤੌਰ ਤੇ ਇੱਕ ਪ੍ਰੈਸ ਕਾਨਫਰੰਸ ਕੀਤੀ ਹੈ, ਸਪਸ਼ਟ ਕਹਿ ਰਹੇ ਨੇ ਕਿ ਮੈਨੂੰ ਫੋਨ ਆਇਆ 4 ਦਿਨ ਪਹਿਲਾਂ, ਫੋਨ ਆਇਆ ਜਿਸ ਦੇ ਵਿੱਚ ਕਿਹਾ ਗਿਆ ਕਿ ਤੁਸੀਂ ਬੀਜੇਪੀ 'ਚ ਸ਼ਾਮਲ ਹੋ ਜਾਓ। ਕਹਿ ਰਹੇ ਨੇ ਇੱਕ ਹੋਰ ਖੁਲਾਸਾ ਕਰਾਂਗੇ ਕਿ ਸਾਡੇ ਜਿਹੜੇ ਮੌਜੂਦਾ MLA ਨੇ ਉਹਨਾਂ ਨੂੰ ਵੀ ਬੀਜੇਪੀ ਜਿਹੜੀ ਹੈ ਉਹ ਫੋਨ ਕਰ ਰਹੀ ਹੈ ਕਿ ਤੁਸੀਂ ਆਮ ਆਦਮੀ ਪਾਰਟੀ ਛੱਡੋ ਔਰ ਬੀਜੇਪੀ 'ਚ ਸ਼ਾਮਲ ਹੋ ਜਾਓ, ਕਿਉਂਕਿ ਬੀਜੇਪੀ ਦਾ ਪੰਜਾਬ ਦੇ ਵਿੱਚ ਆਪਣਾ ਆਧਾਰ ਨਹੀਂ ਹੈ ਔਰ ਇਸ ਢੰਗ ਦੇ ਹੱਥਕੰਡੇ ਅਪਣਾ ਕੇ ਬੀਜੇਪੀ ਆਪਣਾ ਆਧਾਰ ਜਿਹੜਾ ਉਹ ਤਿਆਰ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਉਹਨੂੰ ਬੜੀ ਗਲਤਫਹਿਮੀ ਹੈ। ਸਾਡੇ ਕੋਲ ਦੁਨੀਆ ਦਾ ਸਭ ਤੋਂ ਬੜਾ ਨੇਤਾ ਹੈਗਾ ਔਰ ਸਾਡੇ ਨੇਤਾ ਦਾ ਆਧਾਰ ਆ, ਅਸੀਂ ਉਸੇ ਨੂੰ ਫੇਸ ਬਣਾ ਕੇ ਚੁਣਾਵ ਲੜ ਰਹੇ ਹਾਂ ਔਰ ਉਹਨੂੰ ਗਲਤਫਹਿਮੀ ਕੱਢਣੀ ਚਾਹੀਦੀ ਹੈ। ਸਾਨੂੰ ਜ਼ਰੂਰਤ ਨਹੀਂ ਹੈ ਇਹਨਾਂ ਦੀ। ਔਰ ਭਗਵੰਤ ਮਾਨ ਜੈਸਾ ਝੂਠਾ ਆਦਮੀ ਔਰ ਕੇਜਰੀਵਾਲ ਜਿਹਦੇ ਪਿੱਛੇ ਲੱਗਿਆ ਹੋਇਆ, ਭਗਵੰਤ ਮਾਨ ਸਵੇਰੇ ਉੱਠਦਾ ਉਹਦੇ ਘਰ 'ਚ ਇੱਕ ਬੜਾ ਸ਼ੀਸ਼ਾ ਲੱਗਿਆ, ਦੇਖ ਲੈਣਾ ਕੋਠੀ 'ਚ, ਉਹਦੇ ਮੂਹਰੇ ਖੜਾ ਹੋ ਕੇ ਪਿਛਲੇ ਕਈ ਸਾਲਾਂ ਤੋਂ ਇਹ ਕਹਿੰਦਾ ਮੈਂ ਭਗਵੰਤ ਮਾਨ ਮੁੱਖ ਮੰਤਰੀ ਪੰਜਾਬ। ਉਹ ਕੇਜਰੀਵਾਲ ਅਨਾਉਂਸ ਨਹੀਂ ਕਰ ਰਹੇ ਤੇ ਉਹ ਇਸ ਕਰਕੇ ਉਹਨੂੰ ਦਿੱਕਤ ਹੋ ਗਈ, ਉਹ ਝੂਠ ਤੂਫਾਨ ਬੋਲ ਰਿਹਾ ਆਪਦਾ ਵਜ਼ਨ ਵਧਾਉਣ ਲਈ। ਸਾਨੂੰ ਨਹੀਂ ਉਹਦੀ ਲੋੜ, ਉਹਨੂੰ ਹੱਥ ਜੋੜ ਦਿਓ ਸਾਡੇ ਵੱਲੋਂ। ਔਰ ਜੇ ਕੋਈ ਸਬੂਤ ਹੋਵੇ ਲੈ ਕੇ ਸਾਹਮਣੇ ਆਵੇ,
ਉਹ ਝੂਠ ਬੋਲ ਰਿਹਾ। ਚੁਣੌਤੀ ਦੇ ਦਿੱਤੀ ਹੈ ਤੁਸੀਂ ਬਿਲਕੁਲ। ਕਿ ਸੰਗਰੂਰ ਤੋਂ ਚੋਣ ਲੜੋਗੇ? ਬਿਲਕੁਲ, ਪਾਰਟੀ ਨੂੰ ਮੈਂ ਕਹੂੰਗਾ ਕਿ ਮੈਨੂੰ ਉੱਥੋਂ ਲੜਾਓ ਇਹਦੇ ਸਾਹਮਣੇ। ਇਸ ਵਾਰ ਦੀ ਜਿਹੜੀ 2022 ਦੀ ਚੋਣ ਹੋਏਗੀ ਸੰਗਰੂਰ ਤੋਂ ਲੜਨਾ ਚਾਹੁੰਦੇ ਹੋ? ਮੈਂ ਕਹੂੰਗਾ ਪਾਰਟੀ ਨੂੰ, ਬਾਕੀ ਮੇਰਾ ਰੋਲ ਤਾਂ ਮੇਰੀ ਪਾਰਟੀ ਤੈਅ ਕਰਦੀ ਹੈ। ਲੋਕ ਸਭਾ ਹੀ ਇਹਦੇ ਸਾਹਮਣੇ ਲੜੂੰਗਾ। ਇਹ ਕੋਈ ਜਿੱਤ ਕੇ ਦਿਖਾ ਦੇਵੇ। ਇਹਦੀ ਕੀ ਗੱਲ ਆ, ਕੀ ਇਹ ਸੇਵਾ ਕਰ ਰਿਹਾ, ਇਸ ਕਰਕੇ ਸਾਨੂੰ ਕੋਈ ਜ਼ਰੂਰਤ ਨਹੀਂ। ਅਸੀਂ ਉਹਨੂੰ ਹੱਥ ਜੋੜਦੇ ਹਾਂ ਤੇ ਨਾ ਸਾਡੀ ਲੀਡਰਸ਼ਿਪ ਨੂੰ ਉਹਦੀ ਲੋੜ ਆ, ਔਰ ਉਹ ਝੂਠ ਬੋਲਦਾ। ਲੇਕਿਨ ਇਸ ਤਰ੍ਹਾਂ ਦੇ ਝੂਠ ਬੋਲਣ ਦਾ ਉਸ ਨੂੰ ਫਾਇਦਾ ਕੀ ਹੋਊਗਾ? ਸਪਸ਼ਟ ਲਫ਼ਜ਼ਾਂ ਦੇ ਵਿੱਚ ਸੰਗੀਨ ਐਲੀਗੇਸ਼ਨ ਲਾ ਰਿਹਾ। ਅਰੇ ਭਾਈ, ਆਪਦਾ ਵਜ਼ਨ ਵਧਾ ਰਿਹਾ ਕਿ ਕੇਜਰੀਵਾਲ ਸਾਡੇ ਵੱਲ ਨੇਰੀ ਆਈ ਹੋਈ ਹੈ ਲੋਕਾਂ ਦੀ ਆਉਣ ਦੀ। ਬੜੇ ਬੜੇ ਨੇਤਾ ਆ ਰਹੇ ਨੇ, ਤਾਂ ਬਹੁਤ ਛੋਟੇ ਲੀਡਰ ਨੇ ਜਿਨ੍ਹਾਂ ਦਾ ਭਗਵੰਤ ਮਾਨ, ਔਰ ਇਹਨੂੰ ਕੈਬਨਿਟ ਮਿਨਿਸਟਰ ਕਿਹੜਾ ਬਣਾ ਦੂ? ਇਹਨੂੰ ਕਹੋ ਉਹਦਾ ਸ਼ਕਲ ਸ਼ੀਸ਼ੇ 'ਚ ਦੇਖ ਕੇ ਆ, ਤੂੰ ਪਰਫਾਰਮ ਕਰ ਸਕਦਾ ਮੋਦੀ ਜੀ ਦੀ ਕੈਬਨਿਟ 'ਚ? ਬਾਕੀ ਮੈਂ ਉਹਦੇ ਜਿਹੜੀਆਂ ਬੁਰਾਈਆਂ ਨੇ ਉਹ ਨਹੀਂ ਬੋਲਣਾ ਚਾਹੁੰਦਾ। ਇਸ ਕਰਕੇ ਇੱਥੇ ਕਦੇ ਵੀ ਇਸ ਤਰ੍ਹਾਂ ਦੀ ਗੱਲ ਨਹੀਂ ਹੁੰਦੀ, ਔਰ ਮੈਂ ਇੰਡੀਵਿਜੂਅਲੀ ਕਿਸੇ ਦੇ ਖਿਲਾਫ ਬਹੁਤ ਜ਼ਿਆਦਾ ਗੱਲ ਨਹੀਂ ਕਹਿੰਦਾ, ਪਰ ਮੈਂ ਉਹਨੂੰ ਹੱਥ ਜੋੜਦਾ ਕਿ ਇਦਾਂ ਦਾ ਝੂਠ ਨਾ ਬੋਲੇ। ਜੇ ਸਬੂਤ ਹੈ ਤਾਂ ਸਬੂਤ ਲੈ ਕੇ ਸਾਹਮਣੇ ਆਵੇ। ਕੋਈ ਨਹੀਂ ਹੈ, ਨਾ ਇਹਨੂੰ ਕੋਈ ਲੈਣਾ ਚਾਹੁੰਦਾ, ਨਾ ਇਹਨੂੰ ਕਿਹਾ। ਇਹ ਆਮ ਆਦਮੀ ਪਾਰਟੀ ਵਾਲਿਆਂ ਨੂੰ ਝੂਠ ਦੀ ਬਿਮਾਰੀ ਹੈ ਤੇ ਇਹ ਝੂਠ ਬਹੁਤ ਬੋਲਦੇ ਆ। ਇਸ ਕਰਕੇ ਹੁਣ ਸਾਨੂੰ ਬਖਸ਼ ਦੇਣ, ਔਰ ਜੇ ਉਹਦੇ ਕੋਲ ਕੋਈ ਸਬੂਤ ਹੈ ਤਾਂ ਪਬਲਿਕ 'ਚ ਲੈ ਕੇ ਆਵੇ। ਔਰ ਮੈਂ ਘੱਟੋ ਘੱਟ ਜੇ ਸਾਡੇ ਕਿਸੇ ਸਥਾਪਿਤ ਲੀਡਰ ਨੇ ਕਿਹਾ ਹੋਊਗਾ ਰਾਜਨੀਤੀ ਤੋਂ ਸੰਨਿਆਸ ਲੈ ਲੂੰਗਾ। ਇਦਾਂ ਦੀ ਗੱਲ ਨਹੀਂ। ਰਾਜਨੀਤੀ ਤੋਂ ਸੰਨਿਆਸ ਲੈ ਲਓ? ਅਸੀਂ ਲੈਣਾ, ਫਿਰ ਹੋਰ ਕੀ ਕਰਨਾ? ਸਾਡਾ ਵਿਚਾਰਧਾਰਕ ਦਲ ਹੈ, ਅਸੀਂ ਇਹੋ ਜਿਹੇ ਵਿਅਕਤੀਆਂ ਤੋਂ ਕੀ ਕਰਾਉਣਾ? ਸਾਨੂੰ ਨਹੀਂ ਜ਼ਰੂਰਤ ਹੈ। ਸਾਡੇ ਨਾਲ ਗਠਬੰਧਨ ਕਰ ਸਕਦੇ ਆ ਲੋਕ, ਉਹ ਅਲੱਗ ਚੀਜ਼ ਹੈ। ਉਹਨਾਂ ਦੀ ਵਿਚਾਰਧਾਰਾ ਅਲੱਗ ਹੁੰਦੀ ਹੈ, ਸਾਡੀ ਅਲੱਗ ਹੁੰਦੀ ਹੈ। ਪਰ ਸਾਨੂੰ ਇਹੋ ਜਿਹੇ ਭਗਵੰਤ ਮਾਨ ਵਰਗੇ ਲੋਕਾਂ ਦੀ ਜ਼ਰੂਰਤ ਨਹੀਂ ਹੈ। ਸਾਡਾ ਤਾਂ ਕੋਈ ਕਾਰਜਕਰਤਾ ਸ਼ਰਾਬ ਨੂੰ ਹੱਥ ਨਹੀਂ ਲਾਉਂਦਾ, ਤੇ ਇਹਨਾਂ ਨੂੰ ਇਹ ਸਾਰੀਆਂ ਚੀਜ਼ਾਂ ਚਾਹੀਦੀਆਂ ਨੇ। ਅਸੀਂ ਕਿੱਥੋਂ ਦੇਵਾਂਗੇ ਇਹਨੂੰ? ਇਸ ਕਰਕੇ ਸਾਡੇ ਨਹੀਂ, ਸਾਨੂੰ ਬਖਸ਼ ਦੇਵੇ, ਮਾਫ ਕਰੇ। ਲੇਕਿਨ ਗਰੇਵਾਲ ਸਾਹਿਬ, ਇਹ ਵੀ ਗੱਲ ਕੀਤੀ ਜਾ ਰਹੀ ਹੈ ਕਿ ਬੀਜੇਪੀ ਦੇ ਆਗੂ ਜਿਹੜੇ ਕਹਿੰਦੇ ਨੇ ਕਿ ਸਾਡੇ ਕੋਲ ਲੰਬੀ ਪਾਈਪਲਾਈਨ ਹੈ ਆਗੂਆਂ ਦੀ, ਜਿਹੜੇ ਬੀਜੇਪੀ ਚ ਆਉਣਾ ਚਾਹੁੰਦੇ ਨੇ, ਚਾਹੇ ਉਹ ਕਾਂਗਰਸ ਦੇ ਹੋਣ, ਚਾਹੇ ਉਹ ਆਮ ਆਦਮੀ ਪਾਰਟੀ ਦੇ ਹੋਣ, ਚਾਹੇ ਕਿਸੇ ਹੋਰ ਪਾਰਟੀ ਦੇ ਹੋਣ। ਉਹ ਕਹਿੰਦੇ ਸਾਡੇ ਦੇ ਵਿੱਚ ਤਾਂ ਆਉਣਾ ਚਾਹੁੰਦੇ ਨੇ ਕਿਉਂਕਿ ਖਰੀਦ ਫਰੋਖਤ ਦੀ ਸਿਆਸਤ ਜਿਹੜੀ ਹੈ ਸ਼ੁਰੂ ਹੋ ਚੁੱਕੀ ਹੈ। ਵੀ ਭਗਵੰਤ ਮਾਨ ਕਹਿ ਰਹੇ ਨੇ ਕਿ ਆ ਲੰਬੀ ਪਾਈਪਲਾਈਨ ਵੀ ਇਸੀ ਕਰਕੇ ਬਣਦੀ ਜਾ ਰਹੀ ਹੈ ਕਿ ਬੀਜੇਪੀ ਨੇ ਪੈਸੇ ਸੁੱਟਣੇ ਸ਼ੁਰੂ ਕਰਤੇ, ਉਹਦੇ ਸੁੱਟਣੇ ਸ਼ੁਰੂ ਕਰਤੇ। ਇਹ ਅਸਲ 'ਚ ਇਹਨਾਂ ਨੂੰ ਡਰ ਹੋ ਗਿਆ ਕਿ ਬਈ ਬੀਜੇਪੀ ਨੰਬਰ 1 ਤੇ ਆ ਰਹੀ ਹੈ ਪੰਜਾਬ 'ਚ, ਤੇ ਇਹ ਨੰਬਰ 4 ਤੇ ਜਾ ਰਹੀ ਹੈ ਆਮ ਆਦਮੀ ਪਾਰਟੀ। ਇਹ ਸਰਵੇ 'ਚ ਵੀ ਆ ਗਿਆ। ਇਸ ਕਰਕੇ ਇਹ ਬੀਜੇਪੀ ਦਾ ਇਮੇਜ ਖਰਾਬ ਕਰਨ ਦੇ ਲਈ ਇਦਾਂ ਦੀਆਂ ਗੱਲਾਂ ਕਰਦੇ ਨੇ। ਭਗਵੰਤ ਮਾਨ ਨੂੰ ਕਹੋ ਜਿੰਨਾ ਮਰਜ਼ੀ ਜ਼ੋਰ ਲਾ ਲਾ, ਜਿੰਨੇ ਮਰਜ਼ੀ ਝੂਠੇ ਆਰੋਪ ਲਾ ਲਾ, ਤੇ ਤੇਰੀ ਪਾਰਟੀ ਤਾਂ ਕਿਤੇ ਹੈ ਨਹੀਂ ਗੀ। ਇਹਨਾਂ ਨੂੰ ਨੰਬਰਦਾਰੀ ਨਹੀਂ ਹੁਣ ਮਿਲਣੀ। ਉਹ ਤਾਂ ਮੁੱਖ ਮੰਤਰੀ ਸ਼ੀਸ਼ੇ 'ਚ ਕਹਿੰਦਾ ਸੀ, ਤੇ ਹੁਣ ਜ਼ੁਬਾਨ ਵੀ ਨਹੀਂ ਨਿਕਲਿਆ ਕਰਨੀ ਮੁੱਖ ਮੰਤਰੀ ਲਈ। ਇਹ ਇਹਨਾਂ ਦੇ ਪੱਲੇ ਨਹੀਂ ਹੈ ਕੁਝ। ਗਰੇਵਾਲ ਸਾਹਿਬ, ਤੁਸੀਂ ਕਹਿ ਰਹੇ ਹੋ ਬੀਜੇਪੀ ਨੰਬਰ 1 ਆ ਰਹੀ ਹੈ, ਲੇਕਿਨ ਭਗਵੰਤ ਮਾਨ ਕਹਿ ਰਹੇ ਨੇ ਤੁਹਾਨੂੰ ਤਾਂ ਪਿੰਡਾਂ ਦੇ ਵਿੱਚ ਨਹੀਂ ਵੜਨ ਦੇ ਰਹੇ। ਕਿਸਾਨੀ ਸੰਘਰਸ਼ ਕਰਕੇ ਤੁਹਾਡਾ ਵੱਡੇ ਪੱਧਰ ਤੇ ਹਜੇ ਵੀ ਵਿਰੋਧ ਹੈ। ਇਦਾਂ ਭਗਵੰਤ ਮਾਨ ਦੀ ਪਾਰਟੀ, ਆਮ ਆਦਮੀ ਦੇ ਗੁੰਡੇ, ਕਾਂਗਰਸ ਦੇ ਗੁੰਡੇ, ਇਹ ਕਿਸਾਨਾਂ 'ਚ ਵੜ ਕੇ ਸਾਡੇ ਤੇ ਹਮਲੇ ਕਰਦੇ ਸੀ। ਕਿਸਾਨ ਕਦੇ ਕਿਸੇ ਤੇ ਹਮਲਾ ਨਹੀਂ ਕਰਦਾ, ਤੇ ਇਹ ਤਾਂ ਕਿਸਾਨ ਦਾ ਮੋਢਾ ਲੱਭ ਕੇ ਸਾਡੀ ਸਰਕਾਰ ਨੂੰ ਬਦਨਾਮ ਕਰਨਾ ਚਾਹੁੰਦੇ ਸੀ। ਹੁਣ ਇਹਨਾਂ ਦੀ ਉਹ ਮਨਸ਼ਾ ਤਾਂ ਹੋ ਗਈ ਖਤਮ, ਉਹ ਤਾਂ ਕੁਝ ਨਹੀਂ ਕਰ ਸਕਦੇ। ਹੁਣ ਇਹਨਾਂ ਦੇ ਗੁੰਡੇ ਕਿਸ ਤਰ੍ਹਾਂ ਗੁੰਡਾਗਰਦੀ ਕਰਨਗੇ, ਉਹ ਇਹਨਾਂ ਨੂੰ ਦਿੱਕਤ ਹੋ ਗਈ। ਸਾਨੂੰ ਇਹ ਪਿੰਡਾਂ 'ਚ ਵੜਨ ਤੋਂ ਰੋਕ ਲਵੇ। ਅਸੀਂ ਤਾਂ ਦੁਨੀਆ ਦਾ ਸਭ ਤੋਂ ਬੜਾ ਰਾਜਨੀਤਿਕ ਦਲ ਹਾਂ ਯਾਰ। ਸਾਡੇ ਤੇ ਜਿੱਥੇ ਗੋਲੀਆਂ ਚੱਲਦੀਆਂ ਨੇ ਉੱਥੇ ਵੀ ਅਸੀਂ ਚੁਣਾਵ ਲੜਦੇ ਹਾਂ, ਜਿੱਥੇ ਸਾਡੀ ਹੱਤਿਆ ਹੋ ਜਾਂਦੀ ਹੈ ਉੱਥੇ ਵੀ ਅਸੀਂ ਲੜਦੇ ਹਾਂ, ਔਰ ਉੱਥੇ ਵੀ ਜਿੱਤਦੇ ਹਾਂ, ਔਰ ਸਰਕਾਰਾਂ ਬਣਾਉਂਦੇ ਹਾਂ। ਤੇ ਭਗਵੰਤ ਮਾਨ ਸਾਨੂੰ ਕੀ ਰੋਕੂਗਾ? ਪਾਰਟੀ ਨੂੰ ਜਾਣਦਾ, ਇਹਨੂੰ ਪਤਾ ਹੀ ਨਹੀਂ ਕੁਛ। ਰਾਜਨੀਤੀ ਨੂੰ ਕਿੰਨਾ ਕੁ ਜਾਣਦਾ ਭਗਵੰਤ ਮਾਨ? ਲੋਕਾਂ ਨੇ ਜਿਤਾਤਾ, ਨੱਚਣ ਗਾਉਣ ਵਾਲਾ ਸੀਗਾ, ਤੇ ਉਸ ਤਰ੍ਹਾਂ ਦੇ ਲੋਕ ਕਈ ਵਾਰ ਆ ਜਾਂਦੇ ਆ, ਤੇ ਬਹੁਤਾ ਨਹੀਂ ਚੱਲਣ ਵਾਲਾ। ਅੱਜ ਜ਼ਮੀਰ ਦੀ ਗੱਲ ਕੀਤੀ ਹੈ ਉਹਨਾਂ ਨੇ, ਵਿਸ਼ਵਾਸ ਦੀ ਗੱਲ ਕੀਤੀ ਹੈ। ਉਹ ਕਹਿੰਦੇ ਬੀਜੇਪੀ ਹੁਣ ਲੋਕਾਂ ਦੇ ਵਿਸ਼ਵਾਸ ਨੂੰ ਟਾਰਗੇਟ ਕਰ ਰਹੀ ਹੈ ਔਰ ਇਹੋ ਜਿਹੇ ਲੀਡਰਾਂ ਨੂੰ ਆਪਣੇ ਨਾਲ ਜੋੜ ਰਹੀ ਹੈ ਜਿਨ੍ਹਾਂ ਦਾ ਲੋਕਾਂ ਦੇ ਉੱਪਰ ਵਿਸ਼ਵਾਸ ਬਣਿਆ ਹੋਇਆ। ਇਸ ਤਰ੍ਹਾਂ ਸਾਨੂੰ ਉਹਨੂੰ ਕਹਿ ਦਿਓ ਵੀ ਸਾਨੂੰ ਉਹਦੀ ਜ਼ਰੂਰਤ ਨਹੀਂ ਹੈ। ਆਪਦੇ ਆਪ ਨੂੰ ਆਪਣੇ ਕੋਲ ਰੱਖੇ, ਤੇ ਕੇਜਰੀਵਾਲ ਨੂੰ ਮੁੱਖ ਮੰਤਰੀ ਦਾ ਦਾਅਵੇਦਾਰ ਨਹੀਂ ਬਣਾਉਂਦਾ। ਉਹ ਤਾਂ ਆਪ ਛੱਡ ਕੇ ਭੱਜਣ ਨੂੰ ਤਿਆਰ ਆ। ਉਹ ਪ੍ਰੈਸ਼ਰ ਬਣਾ ਰਿਹਾ ਕੇਜਰੀਵਾਲ ਤੇ, ਹੋਰ ਕੁਝ ਨਹੀਂ ਹੈ। ਤੇ ਇਸ ਲਈ ਸਾਨੂੰ, ਮੈਂ ਉਹਦੇ ਬਾਰੇ ਬਹੁਤਾ ਕੁਝ ਨਹੀਂ ਕਹਿਣਾ ਚਾਹੁੰਦਾ, ਕਿਉਂਕਿ ਇਹ ਕੋਈ ਸਿਧਾਂਤਕ ਗੱਲ ਨਹੀਂ ਹੈ। ਸਿਧਾਂਤਕ ਗੱਲ ਕਰੇ, ਸਾਨੂੰ ਨਹੀਂ ਜ਼ਰੂਰਤ ਹੈ ਇਹਨਾਂ ਦੀ। ਔਰ ਸਾਡੇ 'ਚ ਤਾਂ ਬਹੁਤ ਲੀਡਰ ਆ ਰਹੇ, ਸਾਡੇ ਕੋਲ ਤਾਂ ਲਿਸਟਾਂ ਨੇ ਸ਼ਾਮਲ ਕਰਨ ਦੀਆਂ। 5000 ਤੋਂ ਵੱਧ ਲੋਕ ਸਾਡੇ 'ਚ ਪੰਜਾਬ ਦੇ ਸ਼ਾਮਲ ਹੋ ਚੁੱਕੇ ਆ। ਬੜੇ ਬੜੇ ਲੀਡਰ ਹੁਣ ਆ ਰਹੇ ਆ, ਤੇ ਅਸੀਂ ਕਿਸੇ ਨੂੰ ਕੀ ਦੱਸਣਾ ਸੀ? ਜਦੋਂ 5000 ਸ਼ਾਮਲ ਕੀਤੇ, ਕੁਝ ਦੱਸਿਆ? ਦਫ਼ਤਰ 'ਚ ਕਰ ਲੈਂਦੇ ਸੀ। ਅਸੀਂ ਆਪਦਾ ਆਧਾਰ ਵਧਾਉਂਦੇ ਹਾਂ, ਸਾਡਾ ਕੈਡਰ ਆ, ਅਸੀਂ ਕੈਡਰ ਨੂੰ ਚੁਸਤ ਦਰੁਸਤ ਕਰਦੇ ਹਾਂ। ਇਹਨੂੰ ਭਗਵੰਤ ਮਾਨ ਨੂੰ ਕੀ ਪਤਾ? ਤਾਂ ਠੀਕ ਆ, ਇੱਕ ਹਵਾ ਚੱਲ ਗਈ, ਆ ਗਿਆ। ਤੇ ਉਸ ਵੇਲੇ ਸਾਡੀ ਪਾਰਟੀ ਇੱਧਰ ਕੋਈ ਚੋਣ ਨਹੀਂ ਸੀ ਲੜਦੀ। ਹੁਣ ਪਤਾ ਲੱਗੂਗਾ ਨਾ ਜਦੋਂ ਸਾਹਮਣੇ ਆਊਗਾ। ਬੀਜੇਪੀ ਨੂੰ ਹੁਣ ਦੇਖਣਗੇ, ਹੁਣ ਪਤਾ ਲੱਗੂ ਇਹਨਾਂ ਨੂੰ। ਕੇਜਰੀਵਾਲ ਦਾ ਤਾਂ ਪੰਜਾਬ ਵੱਲ ਨੂੰ ਆਉਣਾ ਹੀ ਬੰਦ ਹੋ ਜਾਣਾ, ਝੂਠੇ ਦਾ। ਸਿਰਸਾ ਸਾਹਿਬ ਦੀ ਜਿਹੜੀ ਜੁਆਇਨਿੰਗ ਹੋਈ ਹੈ, ਪੰਜਾਬ ਚੋਣ ਲੜਾਉਣ ਦੀ ਤਿਆਰੀ ਹੈ ਉਹਨਾਂ ਨੂੰ?
ਇਹ ਕੁਝ ਨਹੀਂ ਤੈਅ ਹੋਇਆ। ਨਾ ਅਸੀਂ ਕਿਸੇ ਨੂੰ ਟਿਕਟ ਦਾ ਲਾਲਚ ਦਿੰਦੇ ਹਾਂ, ਨਾ ਕਿਸੇ ਨੂੰ ਮਿਨਿਸਟਰੀ ਦਾ ਲਾਲਚ ਦਿੰਦੇ ਹਾਂ। ਜਿਹੜੇ ਆਉਂਦੇ ਆ ਸਾਡੀ ਵਿਚਾਰਧਾਰਾ ਨੂੰ ਮੰਨ ਕੇ ਆਉਂਦੇ ਆ, ਔਰ ਜਿਹਨੂੰ ਸਾਡਾ ਲੀਡਰ ਪਸੰਦ ਹੋਵੇ, ਜਿਹਨੂੰ ਸਾਡੀ ਵਿਚਾਰਧਾਰਾ ਪਸੰਦ ਹੋਵੇ ਉਹ ਰਹੇ, ਜਿਹਨੂੰ ਨਾ ਪਸੰਦ ਹੋਵੇ ਉਹ ਸਾਨੂੰ ਛੱਡ ਜੇ, ਸਾਨੂੰ ਨਹੀਂ ਜ਼ਰੂਰਤ ਹੈ। ਅੱਛਾ ਸਿੱਖ ਚਿਹਰਾ ਹੈ ਸਿਰਸਾ, ਔਰ ਕਿਤੇ ਨਾ ਕਿਤੇ ਜੇਕਰ ਪੰਜਾਬ ਚੋਣਾਂ ਦੇ ਵਿੱਚ ਉਸ ਦੀ ਕਿਤੇ ਨਾ ਕਿਤੇ ਮੌਜੂਦਗੀ ਦਰਜ ਹੁੰਦੀ ਹੈ ਤੇ ਸ਼ਾਇਦ ਬੀਜੇਪੀ ਨੂੰ ਇੱਕ ਵੱਡਾ ਸਮਰਥਨ ਵੀ ਮਿਲ ਸਕਦਾ ਹੈ। ਕਿਆ ਉਸ ਦਿਸ਼ਾ ਦੇ ਵਿੱਚ ਵਿਚਾਰ ਹੋ ਰਿਹਾ? ਨਹੀਂ, ਵਿਚਾਰ ਕੀ ਹੋਣਾ, ਉਹ ਤਾਂ ਪ੍ਰਚਾਰ ਕਰਨਗੇ ਜਦੋਂ ਸਾਡੇ ਮੈਂਬਰ ਬਣ ਗਏ ਨੇ। ਚੋਣ ਮੈਦਾਨ ਦੇ ਵਿੱਚ ਉਤਰਦੇ ਨਜ਼ਰ ਆਣਗੇ, ਟਿਕਟ ਦੇ ਕੇ ਚੋਣ ਮੈਦਾਨ ਦੇ ਵਿੱਚ ਉਤਾਰਿਆ ਜਾਊਗਾ। ਤਾਂ ਉੱਥੇ ਹੈ ਯਾਰ, ਵੋਟ ਦਿੱਲੀ 'ਚ, ਸਟੇਟ ਦਾ ਚੁਣਾਵ ਲੜਨ ਲਈ ਵਿਧਾਨ ਸਭਾ ਦਾ, ਤਾਂ ਪੰਜਾਬ 'ਚ ਵੋਟ ਹੋਣੀ ਚਾਹੀਦੀ ਹੈ। ਉਹ ਉਹਨਾਂ ਨੇ ਬਣਾਈ ਨਹੀਂ, ਠੀਕ ਹੈ। ਇਸ ਕਰਕੇ ਤੁਸੀਂ ਜ਼ਿਆਦਾ ਚਿੰਤਾ 'ਚ ਨਾ ਰਹੋ, ਖੁਸ਼ ਰਹੋ। ਚਲੋ ਸਿੱਧੇ ਤੌਰ ਤੇ ਇੱਥੇ ਚੁਣੌਤੀ ਦੇ ਦਿੱਤੀ ਹੈ ਭਗਵੰਤ ਮਾਨ ਨੂੰ ਕਿ ਭਗਵੰਤ ਮਾਨ ਸਾਬਿਤ ਕਰਨ ਕਿ ਜੇਕਰ ਬੀਜੇਪੀ ਦੇ ਕਿਸੇ ਸਥਾਪਿਤ ਲੀਡਰ ਦਾ ਫੋਨ ਉਹਨਾਂ ਨੂੰ ਆਇਆ ਤੇ ਹਰਜੀਤ ਗਰੇਵਾਲ ਹੋਰੀ ਕਹਿੰਦੇ ਨੇ ਕਿ ਆਪਣੀ ਰਾਜਨੀਤੀ ਜਿਹੜੀ ਹੈ ਉਸ ਤੋਂ ਸੰਨਿਆਸ ਲੈ ਲੈਣਗੇ, ਔਰ ਇਹ ਵੀ ਕਹਿ ਰਹੇ ਨੇ ਕਿ ਜੇਕਰ ਸਾਬਿਤ ਨਹੀਂ ਕਰਦੇ ਤੇ ਫਿਰ 2024 ਦੀ ਜਿਹੜੀ ਲੋਕ ਸਭਾ ਦੀ ਚੋਣ ਹੈ ਉਹ ਸੰਗਰੂਰ ਤੋਂ ਲੜਨ ਦੀ ਕੋਸ਼ਿਸ਼ ਕਰਨਗੇ। ਯਾਨੀ ਆਪਣੀ ਪਾਰਟੀ ਨੂੰ ਕਹਿਣਗੇ ਕਿ ਮੈਨੂੰ ਭਗਵੰਤ ਮਾਨ ਦੇ ਖਿਲਾਫ ਚੋਣ ਮੈਦਾਨ ਦੇ ਵਿੱਚ ਲਾਇਆ ਜਾਏ ਤਾਂ ਕਿ ਮੈਂ ਭਗਵੰਤ ਮਾਨ ਨੂੰ ਕੜੀ ਚੁਣੌਤੀ ਦੇ ਸਕਾਂ। ਹਾਲਾਂਕਿ ਇਹਨਾਂ ਨੇ ਅੱਜ ਜਿਹੜੀ ਗੱਲ ਕੀਤੀ ਹੈ ਵੇਖਣ ਵਾਲੀ ਗੱਲ ਰਹੇਗੀ ਉਸ ਗੱਲ ਦੇ ਉੱਪਰ ਆਮ ਆਦਮੀ ਪਾਰਟੀ, ਭਗਵੰਤ ਮਾਨ ਕੀ ਰਿਐਕਟ ਕਰਦੇ ਹੋਏ ਨਜ਼ਰ ਆਉਂਦੇ ਨੇ। ਕੈਮਰਾਮੈਨ ਆਨੰਦ ਦੇ ਨਾਲ ਵਿਨੀਤ ਕਪੂਰ, ਦੈਨਿਕ ਸਵੇਰਾ ਟੀਵੀ, ਚੰਡੀਗੜ੍ਹ। ਅਲੀਸ਼ਾ ਬੇਗਮ ਇੱਕ ਔਰਤ ਦਾ ਦੁੱਖ ਇੱਕ ਔਰਤ ਹੀ ਸਮਝ ਸਕਦੀ ਹੈ। ਰੂਹਾਨੀ ਅਤੇ ਕਾਲੀ ਸ਼ਕਤੀਆਂ ਦੀ ਮਾਲਕਨ, ਦੁਨੀਆ ਦਾ ਸਭ ਤੋਂ ਚਮਤਕਾਰੀ ਇਲਮ ਮੇਰੇ ਕੋਲ ਹੈ। ਮੇਰੇ ਕੀਤੇ ਨੂੰ ਕੋਈ ਕੱਟ ਨਹੀਂ ਸਕਦਾ। ਕਾਲਾ ਇਲਮ ਕਰਨਾ ਅਤੇ ਤੋੜਨਾ ਹਰ ਇੱਕ ਦੇ ਵੱਸ ਦੀ ਗੱਲ ਨਹੀਂ। ਪਰੇਸ਼ਾਨੀ ਜਿਵੇਂ ਲਵ ਮੈਰਿਜ, ਪਤੀ ਪਤਨੀ 'ਚ ਝਗੜਾ, ਸੌਤਨ ਦੁਸ਼ਮਣ ਤੋਂ ਛੁਟਕਾਰਾ, ਤਲਾਕ ਕੇਸ, ਬੁਰੇ ਸੁਪਨੇ, ਵਿਦੇਸ਼ ਯਾਤਰਾ, ਬੁਰੀ ਸੰਗਤ ਜਾਂ ਨਸ਼ਾ ਛੁਡਾਉਣਾ, ਬਿਮਾਰੀ 'ਚ ਦਵਾ ਨਾ ਲੱਗਣਾ। ਵਸ਼ੀਕਰਨ ਇੱਕ ਸੱਚਾਈ ਹੈ। ਵਸ਼ੀਕਰਨ ਕਰਵਾਓ, ਮਨ ਚਾਹਾ ਪਿਆਰ ਪਾਓ। ਕੀ ਤੁਹਾਡੀ ਕਿਸਮਤ 'ਚ ਲੋਟਰੀ ਦਾ ਯੋਗ ਹੈ ਜਾਂ ਨਹੀਂ? ਸੱਚਾਈ ਜਾਣੋ। ਲੋਟਰੀ ਨੰਬਰ ਪਾਓ, ਭਾਵੇਂ 649 ਹੋਵੇ ਜਾਂ ਲੋਟੋ ਮੈਕਸ। 11 ਘੰਟੇ 'ਚ ਕਰਵਾਓ ਹਰ ਪਰੇਸ਼ਾਨੀ ਦਾ ਹੱਲ ਘਰ ਬੈਠੇ। ਅਸ਼ਟਾਮ ਪੇਪਰ ਤੇ ਲਿਖ ਕੇ ਲਵੋ ਕੰਮ ਦੀ ਗਾਰੰਟੀ। ਜਾਂ ਕਹਿਣੇ ਤੋਂ ਬਾਹਰ तुरंत संपर्क करो, ਤੁਹਾਡੀ ਹਰ ਗੱਲ ਗੁਪਤ ਰੱਖੀ ਜਾਵੇਗੀ। ਅਲੀਸ਼ਾ ਬੇਗਮ। ਪੜ੍ਹਾਈ 'ਚ ਦਿਲ ਲੱਗਦਾ ਸੀ, ਨੰਬਰ ਚੰਗੇ ਆਉਂਦੇ ਸੀ। ਐਸੀ ਖੋਟੀ ਦੀ ਪ੍ਰੀ ਮੈਟ੍ਰਿਕ ਸਕਾਲਰਸ਼ਿਪ ਜੋ ਮਿਲਦੀ ਸੀ। ਬਾਪੂ ਮਜ਼ਦੂਰੀ ਕਰਦਾ, ਬੇਬੇ ਨੂੰ ਮਸਾਂ ਹੀ ਘਰਾਂ 'ਚ ਕੰਮ ਮਿਲਦਾ, ਪਰ ਮੈਂ ਖੁਸ਼ ਸੀ। 10ਵੀਂ 'ਚ ਸਾਈਕਲ ਮਿਲੂਗੀ ਤੇ ਪੋਸਟ ਮੈਟ੍ਰਿਕ ਐਸੀ ਵਜੀਫਾ ਵੀ। ਲੰਬੜਦਾਰਾਂ ਦੀ ਰਾਣੋ ਵਾਂਗ ਇੰਜੀਨੀਅਰ ਬਣਾਂਗੀ। ਪਰ ਸੁਪਨੇ ਹੀ ਰਹਿ ਗਏ। ਸਕਾਲਰਸ਼ਿਪ ਬੰਦ ਹੋ ਗਈ, ਸਕੂਲ ਛੁੱਟ ਗਿਆ, ਸਾਈਕਲ ਮਿਲੀ ਕੋਈ ਨਾ ਤੇ ਫੀਸ ਹੈ ਨਹੀਂ। ਹੁਣ ਮਾਂ ਨਾਲ ਘਰਾਂ 'ਚ ਕੰਮ ਕਰਨ ਜਾਨੀ ਆ ਦਿੱਤਾ ਮੈਨੂੰ ਇਸ ਸਰਕਾਰ ਨੇ। ਹੁਣ ਨਹੀਂ, ਮੈਂ ਕਹਿ ਦਿੱਤਾ ਬਾਪੂ ਬੇਬੇ ਨੂੰ, ਐਤਕੀ ਸਬਕ ਸਿਖਾਉਣਾ ਹੈ। ਵੋਟ ਪਾਉਣੀ ਉਹਨਾਂ ਨੂੰ ਜਿਹੜੇ ਸਮਝਣ ਸਾਡੇ ਦਰਦਾਂ ਨੂੰ।